ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਚਰਚਾ 'ਚ ਅਸੀਂ ਇਹ ਜਾਣਾਂਗੇ ਕਿ ਸੁਲਤਾਨਪੁਰ ਲੋਧੀ ਸਿੱਖ ਧਰਮ ਲਈ ਕਿਉਂ ਇੰਨਾ ਇੰਪੋਰਟੈਂਟ ਹੈ, ਕਿਉਂ ਮਹੱਤਵਪੂਰਨ ਹੈ। ਗੁਰੂ ਨਾਨਕ ਦੇਵ ਜੀ ਨੂੰ ਇੱਥੇ ਅਸੀਂ ਜਾਣ ਚੁੱਕੇ ਹਾਂ ਕਿ ਇੱਥੇ ਹੀ ਆਣ ਕੇ ਉਹਨਾਂ ਨੇ ਕਿਰਤ ਕੀਤੀ ਔਰ ਜੋ ਹੈ ਉਹ ਕੰਮ ਕੀਤਾ। ਇੱਥੇ ਹੀ ਉਹਨਾਂ ਦਾ ਵਿਵਾਹ ਸੰਪੰਨ ਹੋਇਆ, ਇੱਥੇ ਹੀ ਉਹਨਾਂ ਨੂੰ ਦੋ ਔਲਾਦ ਦੀ ਉਤਪਤੀ ਹੋਈ ਔਰ ਇੱਥੇ ਹੀ ਉਹਨਾਂ ਨੇ ਤਪੱਸਿਆ ਕੀਤੀ 14 ਸਾਲ 9 ਮਹੀਨੇ ਤੇ 13 ਦਿਨ ਔਰ ਇੱਥੇ ਹੀ ਇਹਨਾਂ ਨੂੰ ਐਨਲਾਈਟਨਮੈਂਟ ਮਿਲਿਆ ਔਰ ਇੱਥੋਂ ਹੀ ਉਦਾਸੀਆਂ ਸ਼ੁਰੂ ਹੋਈਆਂ। ਗੁਰੂ ਨਾਨਕ ਦੇਵ ਜੀ ਤੜਕੇ ਉੱਠ ਕੇ ਕਾਲੀ ਵੇਈ ਨਦੀ ਇਸ਼ਨਾਨ ਲਈ ਜਾਂਦੇ ਸੀ। ਇੱਕ ਦਿਨ ਦੀ ਗੱਲ ਸੀ ਕਿ ਇਸ਼ਨਾਨ ਲਈ ਗੁਰੂ ਨਾਨਕ ਦੇਵ ਜੀ ਗਏ ਔਰ ਆਪਣੇ ਇੱਕ ਸ਼ਿਸ਼ ਨੂੰ ਕੱਪੜਿਆਂ ਦੀ ਸੰਭਾਲ ਲਈ ਕਿਨਾਰੇ ਤੇ ਸੁਪੁਰਦ ਕਰਕੇ ਔਰ ਨਦੀ 'ਚ ਪ੍ਰਵੇਸ਼ ਕਰ ਗਏ ਔਰ ਦੇਖਦੇ ਦੇਖਦੇ ਇਹ ਪਾਇਆ ਕਿ ਬਹੁਤ ਦੇਰ ਤੱਕ ਗੁਰੂ ਨਾਨਕ ਦੇਵ ਜੀ ਪਾਣੀ ਤੋਂ ਬਾਹਰ ਨਹੀਂ ਨਿਕਲੇ ਤੇ ਜੋ ਸ਼ਿਸ਼ ਸੀ ਉਹਨਾਂ ਨੇ ਬਹੁਤ ਦੇਰ ਇੰਤਜ਼ਾਰ ਕੀਤਾ ਔਰ ਉਸ ਦੇ ਬਾਅਦ ਉਹਨਾਂ ਨੂੰ ਉਹੀ ਅੰਦੇਸ਼ਾ ਹੋਇਆ ਜੋ ਕਿਸੇ ਨੂੰ ਵੀ ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਲੁਪਤ ਹੋ ਗਏ, ਬਹਿ ਗਏ ਜਾਂ ਉਹਨਾਂ ਨੂੰ ਕੀ ਹੋ ਗਿਆ। ਪਿੰਡ 'ਚ ਰੌਲਾ ਪੈ ਗਿਆ ਔਰ ਦੌਲਤ ਖਾਨ ਜੀ ਨੂੰ, ਪਰਿਵਾਰ ਨੂੰ, ਬੇਬੇ ਨਾਨਕੀ ਜੀ ਨੂੰ, ਸਭ ਨੂੰ ਖਬਰ ਹੋ ਗਈ। ਸਭਨਾਂ ਨੇ ਕਿਹਾ ਕੁਝ ਅੱਗੇ ਚਲੇ ਗਏ ਹੋਣੇ ਆ, ਲੱਭਣਗੇ। ਔਰ ਫਿਰ ਦੌਲਤ ਖਾਨ ਜੀ ਨੇ ਆਪਣੇ ਗੋਤਾਖੋਰ ਨੂੰ ਮੰਗਾਇਆ ਔਰ ਮੈਂ ਪਿਛਲੀ ਵਾਰੀ ਅਰਜ਼ ਕੀਤਾ ਸੀ ਕਿ ਕੋਈ ਬਹੁਤ ਵੱਡੀ ਨਦੀ ਨਹੀਂ, ਇੱਕ ਸ਼ਾਖਾ ਜੀ ਹੈਗੀ ਹੈ। ਉਸ ਪੂਰੀ ਨਦੀ ਨੂੰ ਖਖਾਲ ਲਿਆ ਗਿਆ, ਦੇਖਿਆ ਗਿਆ। ਮਰਦਾਨਾ ਜੀ ਵੀ ਆ ਗਏ ਔਰ ਇਹ ਪਾਇਆ ਗਿਆ ਕਿ ਗੁਰੂ ਨਾਨਕ ਦੇਵ ਜੀ ਜੋ ਹੈ ਉਹ ਨਹੀਂ ਮਿਲੇ। ਵੈਰਾग्य ਹੋ ਗਿਆ ਲੋਕਾਂ 'ਚ ਜੋ ਹੈ ਉਦਾਸੀ ਆ ਗਈ ਔਰ ਲੋਕਾਂ ਦੇ ਅੰਦਰ ਬਹੁਤ ਹੀ ਗਲਤ ਭਾਵ ਆ ਗਿਆ। ਬੇਬੇ ਨਾਨਕੀ ਜੀ ਦਾ ਤੇ ਛੋਟੇ ਵੀਰ ਸੀ, ਬਹੁਤ ਦੁੱਖ ਹੋਇਆ ਔਰ ਇਸ ਤਰ੍ਹਾਂ 3 ਦਿਨ ਨਿਕਲ ਗਏ। 3 ਦਿਨ ਕੀ ਬੀਤੀ ਹੋਏਗੀ ਪਰਿਵਾਰ ਤੇ ਔਰ ਉਸ ਸ਼ਹਿਰ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਆਸ਼ੀਸ਼ ਦੇ ਰਹੇ ਸੀ, ਪ੍ਰਵਚਨ ਦੇ ਰਹੇ ਸੀ ਔਰ ਉਹਨਾਂ ਨੂੰ ਆਪਣੀ ਉਪਸਥਿਤੀ ਨਾਲ ਨਵਾਜਿਆ ਸੀ। 3 ਦਿਨ ਬਾਅਦ ਲੋਕਾਂ ਨੇ ਇੱਕ ਚਮਤਕਾਰ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਆ ਧਿਆਨ ਦੀ ਅਵਸਥਾ 'ਚ। ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਪਾਇਆ ਕਿ ਗੁਰੂ ਨਾਨਕ ਦੇਵ ਜੀ ਪੂਰੀ ਇੱਕ ਦਿਨ ਇੱਕ ਰਾਤ ਕੁਝ ਨਹੀਂ ਬੋਲੇ। ਲੋਕ ਖੁਸ਼ ਹੋਏ ਕਿ ਅਸੀਂ ਕੁਝ ਹੋਰ ਹੀ ਸਮਝ ਰਹੇ ਸੀ, ਬਾਬਾ ਜੀ ਸਾਡੇ ਨਾਲ ਦੇਹ ਰੂਪ 'ਚ ਅਜੇ ਉਪਸਥਿਤ। ਗੁਰੂ ਨਾਨਕ ਦੇਵ ਜੀ ਇੱਕ ਦਿਨ ਬਾਅਦ ਫਿਰ ਉਹਨਾਂ ਨੇ ਅੱਖ ਖੋਲੀ ਔਰ ਇੱਕ ਵਾਕਿਆ ਜੋ ਉਹਨਾਂ ਨੇ ਆਪਣੇ ਮੂੰਹ ਉਚਾਰਿਆ ਉਹ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਸ ਵਾਕਿਆ 'ਚ ਕਈ ਵਾਰੀ ਕਈ ਬੱਚੇ ਪੁੱਛਣਗੇ ਇਸ ਦੀ ਲੋੜ ਕੀ ਸੀ। ਦਰਅਸਲ ਸ਼ੁਰੂ 'ਚ ਅਸੀਂ ਇਹ ਚਰਚਾ ਕੀਤੀ ਹੈ ਕਿ ਕਲਯੁਗ ਦੇ ਉਸ ਸਮੇਂ 'ਚ ਜਿੱਥੇ ਗੁਰੂ ਨਾਨਕ ਦੇਵ ਜੀ ਉਪਸਥਿਤ ਹੋਏ ਸੀ ਉੱਥੇ ਇਹ ਦੋ ਵੱਡੇ ਧਰਮ ਆਪਣੀ ਕੱਟੜਤਾ, ਸੁਪਰੀਮੇਸੀ ਸਾਬਿਤ ਕਰਨ ਲਈ ਇੱਕ ਦੂਜੇ ਨੂੰ ਆਪਣੇ ਆਪ 'ਚ ਮਿਲਾਉਣ ਦੀ ਕੋਸ਼ਿਸ਼, ਆਪਣਾ ਪਾਵਰ ਦਿਖਾਉਣ ਦੀ ਕੋਸ਼ਿਸ਼ 'ਚ ਧਰਮ ਤੋਂ ਬਹੁਤ ਅੱਡ ਹੋ ਗਏ ਸੀ, ਭ੍ਰਸ਼ਟ ਹੋ ਗਏ ਸੀ। ਆਪਣੇ ਆਪ ਨੂੰ ਰੱਬ ਮਨਵਾਉਣ ਦੀ ਕੋਸ਼ਿਸ਼ ਹੋਣ ਲੱਗੀ ਸੀ ਔਰ ਜੋ ਵੀ ਸੰਤ, ਮਹਾਤਮਾ, ਪੁਰੋਹਿਤ, ਪੰਡਿਤ, ਮੌਲਵੀ ਹੁੰਦੇ ਸੀ ਉਹ ਰੱਬ ਨੂੰ ਛੱਡ ਕੇ ਆਪਣੇ ਨੂੰ ਜੋ ਹੈ ਉਹ ਪੂਜਾ ਕਰਵਾਉਣਾ ਜਾਂ ਭਗਤੀ ਕਰਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਤੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਵਾਕ ਦਾ ਬਹੁਤ ਜ਼ਿਆਦਾ ਮਤਲਬ ਸੀ ਔਰ ਅੱਜ ਵੀ ਉਹ ਬਹੁਤ ਮਤਲਬ ਹੈ। ਔਰ ਗੁਰੂ ਨਾਨਕ ਦੇਵ ਜੀ ਨੇ ਦੂਸਰਾ ਵਾਕਿਆ ਉਚਾਰਿਆ ਹੈ, ਏਕ ਓਮਕਾਰ ਸਤਨਾਮ। ਤੇ ਗੁਰੂ ਨਾਨਕ ਦੇਵ ਜੀ ਨੂੰ ਐਨਲਾਈਟਨਮੈਂਟ
ਹਰ ਸੰਤ ਮਹਾਤਮਾ ਤਪੱਸਿਆ ਦੇ ਬਾਅਦ ਕਿਸੇ ਇੱਕ ਦਿਨ ਉਹਨਾਂ ਨੂੰ ਇੱਕ ਛਣ ਐਨਲਾਈਟਨਮੈਂਟ, ਦਿਵ ਗਿਆਨ, ਦਿਵ ਪ੍ਰਾਪਤੀ, ਦਿਵ ਪ੍ਰਕਾਸ਼ ਮਿਲਦਾ ਹੈ। ਔਰ ਇਹ समय सी जब 3 दिन गुरु नानक देव जी सचखंड हो आए। गुरु नानक देव जी सचखंड परमात्मा दी गोद च एंजल्स दे द्वारा ले जाए गए और उन्हां दे कंन च अमृत बरसिया और उन्हां नूं ये दिव्य ज्ञान प्राप्त होया। ये सारा ज्ञान उन्हां नूं सचखंड दी वापसी तो बाद होया। सुल्तानपुर लोधी मैं इत्थे दसा कि जिहड़ी जगह गुरु नानक देव जी ने तपस्या की 14 साल 9 महीने 13 दिन, उत्थे बेर साहब गुरुद्वारा है जिहदी चर्चा असी कर चुके। गुरु नानक देव जी 3 दिन बाद जिथे उपस्थित होए वो जगह गुरुद्वारा संत घाट है। गुरु नानक देव जी ने जिन्ने जिन्ने कौतक चमत्कार किए, जिथे जिथे अपनी चरण छो पाई, वो जगह पूरे सुल्तानपुर लोधी 7 गुरुद्वारे है जिहदी चर्चा असी सिलसिलेवार अगली वारी करांगे। इत्थे अज की चर्चा मैं खत्म होने तो पहलों ये कहांगा कि सुल्तानपुर दे विच गुरु नानक देव जी नूं लगभग 30 साल की उम्र दे विच एनलाइटनमेंट प्राप्त होया। ते किसी भी साधना, समाधि, ध्यान, नाम जपण दे बाद सालों साल लग सकते हैं तानू जो है वो ईश्वर की ये समझ आने लई कि परम सत्य की है, परमात्मा का की रूप है। इत्थों फिर हुण गुरु नानक देव जी ने मर्दाना जी नूं एक नवा रबाब जो है वो भेंट करन दा ऑर्डर दिता और उन्होंने एक नवा रबाब मिलिया। इत्थों ही गुरु नानक देव जी ने एक संत महात्मा का चोड़ा पा के और उदासियां शुरू कीतियां। अगले चरण च असी 7 गुरुद्वारा का संक्षिप्त इतिहास समझांगे और असी समझांगे कि उदासियां पहले कित्थों कित्थों शुरू हुईयां। असी ये जान लईए कि साडा प्रथम तीर्थ स्थल सुल्तानपुर लोधी साहब है, जिथे गए सानू महसूस होएगा कि इत्थे साडे धर्म दे सब तो पहले संस्थापक दा प्रकाश होया, उन्हां नूं एनलाइटनमेंट होया। अज दी चर्चा सुनने लई बहुत बहुत धन्यवाद, बहुत बहुत शुक्रिया। वाहिगुरू जी का खालसा, वाहिगुरू जी की फतेह।